सुखमणि सुख अमृत प्रभ नाम भगत जना के मन बिसराम। वाहेगुरु जी का खालसा वाहेगुरु जी की फतेह।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਵਰੀਬਾਡੀ। ਹੁਕਮ ਹੋਇਆ ਹੈ ਮੇਰੇ ਸੇਵਾ ਮੈਨੂੰ ਮਿਲੀ ਹੈ 16ਵੀਂ ਅਸ਼ਟਪਦੀ ਦੇ ਵਿਚਾਰ ਬਾਰੇ, ਤੇ ਇਹ ਅਸ਼ਟਪਦੀ 16ਵੀਂ ਅਸ਼ਟਪਦੀ ਜਿਹੜੀ ਹੈ ਨਿਰਗੁਣ ਰੂਪ ਪ੍ਰਮਾਤਮਾ ਦੇ ਵਿਚਾਰ ਦੇ ਉੱਤੇ ਆਧਾਰਿਤ ਹੈ। ਸ਼ਲੋਕ ਤੋਂ ਹੀ ਸ਼ੁਰੂ ਕਰਦੇ ਹਨ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈਗੁਣ ਤੇ ਪ੍ਰਪਿਨ। ਤੇ ਇੱਥੋਂ ਇਸ ਗੱਲ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਸਾਰੀ ਦੀ ਸਾਰੀ ਅਸ਼ਟਪਦੀ ਨਿਰਗੁਣ ਰੂਪ ਪ੍ਰਮਾਤਮਾ ਦੇ ਵਿਸਥਾਰ ਕਰਦੀ ਹੈ। ਤੇ ਪਹਿਲੇ ਦੱਸਣਗੇ ਨਿਰਗੁਣ ਰੂਪ, ਉਸ ਰੂਪ ਦੀ ਉਹਦਾ ਰੂਪ ਰੰਗ ਕੁਛ ਨਹੀਂ ਹੈ, ਪਹਿਲੇ ਇਹ ਦੱਸਣਗੇ। ਉਸ ਤੋਂ ਬਾਅਦ ਇਹ ਦੱਸਣਗੇ ਕਿ ਇਹਨਾਂ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਨਾ ਕਰ, ਇਹਨਾਂ ਹੱਥਾਂ ਨਾਲ ਛੂਹਣ ਦੀ ਕੋਸ਼ਿਸ਼ ਨਾ ਕਰ ਉਹਨੂੰ। ਉਹ ਪ੍ਰਮਾਤਮਾ ਬਹੁਤ ਵੱਡਾ ਹੈ, ਹਰ ਜਗ੍ਹਾ ਵਿਆਪਕ ਹੈ। ਹਾਂ, ਉਹਨੂੰ ਬੁੱਝ ਲੈ, ਉਹਨੂੰ ਸਮਝ ਲੈ, ਗੁਰੂ ਦੀ ਕਿਰਪਾ ਨਾਲ ਉਹਨੂੰ ਸਮਝ ਲੈ। ਤੇ ਸਮਝੇਗਾ ਕਿਸ ਤਰ੍ਹਾਂ, ਉਹਦਾ ਵੀ ਵਸੀਲਾ ਦੱਸਦੇ ਹਨ। ਉਸਨੂੰ ਪਾਉਣ ਦਾ ਤਰੀਕਾ, ਉਸਨੂੰ ਬੁੱਝਣਾ ਹੈ, ਤੇ ਉਸਨੂੰ ਬੁੱਝਣਾ ਤਾਂ ਹੋ ਸਕਦਾ ਹੈ ਜੇ ਉਹ ਤੁਹਾਡੇ ਤੇ ਖੁਸ਼ ਹੋ ਜਾਵੇ, ਉਹਦੀ ਪ੍ਰਸੰਨਤਾ ਬੰਦਾ ਲੈ ਲਵੇ। ਤੇ ਉਹਦੀ ਪ੍ਰਸੰਨਤਾ ਮਿਲਦੀ ਹੈ, ਉਹਦਾ ਤਰੀਕਾ ਜਿਹੜਾ ਹੈ ਉਹ ਫਿਰ ਅਗਲੇ 4 ਸਟੈਂਜ਼ਾਸ ਵਿੱਚ ਉਸਦੀ ਪ੍ਰਸੰਨਤਾ ਲੈਣ ਦਾ ਤਰੀਕਾ ਦੱਸਦੇ ਹਨ। ਕਿਸ ਤਰ੍ਹਾਂ ਉਹਦੀ ਪ੍ਰਸੰਨਤਾ ਲੈਣੀ ਹੈ, ਤੇ ਉਹਦਾ ਪਹਿਲਾ ਸਟੈਪ ਹੈ ਕਿ ਉਸਨੂੰ ਆਪਣੇ ਮਨ ਵਿੱਚ ਧਾਰ ਕੇ ਉਹਦੇ ਨਾਲ ਪ੍ਰੇਮ ਕਰ, ਤੇ ਹੋਰ ਚੀਜ਼ਾਂ ਦਾ ਪ੍ਰੇਮ ਆਪਣੇ ਮਨੋਂ ਘਟਾ। ਤੇ ਸਭ ਤੋਂ ਇੰਪੋਰਟੈਂਟ ਕੜੀ ਜਿਹੜੀ ਜੋੜਦੇ ਹਨ ਪਹਿਲੇ ਸਟੈਂਜ਼ਾ ਵਿੱਚ, ਉਹ ਹੈ ਕਿ ਸਾਧੂ ਦਾ ਸੰਗ ਕਰ, ਜੁੜੇ ਹੋਏ ਦੀ ਸੰਗਤ ਵਿੱਚ ਆ, ਜੁੜੇ ਹੋਏ ਦੀ ਸੰਗਤ ਵਿੱਚੋਂ ਉਸ ਨਿਰਗੁਣ ਰੂਪ ਪ੍ਰਮਾਤਮਾ ਦੀ ਪ੍ਰਾਪਤੀ ਤੈਨੂੰ ਹੋਏਗੀ। ਤੇ ਪਹਿਲੇ 4 ਸਟੈਂਜ਼ਾ ਵਿੱਚ ਜਿਹੜੀ ਐਮਫੈਸਿਸ ਹੈ, ਜਿਹੜਾ ਪਹਿਲੇ 4 ਸਟੈਂਜ਼ਾਸ ਵਿੱਚ ਉਸ ਪ੍ਰਮਾਤਮਾ ਦਾ ਰੂਪ ਖਿੱਚਿਆ ਨੇ, ਉਸ ਨਿਰਗੁਣ ਰੂਪ ਬ੍ਰਹਮ ਦਾ ਸੁਭਾਵ ਪ੍ਰਗਟ ਕੀਤਾ ਉਹਨਾਂ ਨੇ, ਔਰ ਇਨਕਰੇਜ ਕਰਦੇ ਹਨ ਉਸ ਨਿਰਗੁਣ ਰੂਪ ਬ੍ਰਹਮ ਦੇ ਨੇੜੇ ਆਉਣ ਦੀ। ਤੇ ਇਹ ਕਣੀ ਜਿਹੜੀ ਸੁਖਮਨੀ ਦੀਆਂ ਜਿਹੜੀਆਂ ਕੜੀਆਂ ਜਿਹੜੀਆਂ ਤੁਸੀਂ ਪਹਿਲੇ 15 ਅਸ਼ਟਪਦੀ ਦੀਆਂ ਸੁਣ ਚੁੱਕੇ ਹੋ, ਪਹਿਲੀਆਂ ਕੁਝ ਅਸ਼ਟਪਦੀਆਂ ਵਿੱਚ ਜਿੱਥੇ ਸਿਮਰਨ ਤੇ ਜ਼ੋਰ ਦਿੱਤਾ ਸੀ ਨੇ, ਨਾਮ ਤੇ ਜ਼ੋਰ ਦਿੱਤਾ ਸੀ ਨੇ, ਹੋਰਾਂ ਚੀਜ਼ਾਂ ਤੋਂ ਘਟਾ ਕੇ ਇਸ ਪਾਸੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਨੇ। ਤੇ ਪਹਿਲੀਆਂ 3 ਜਾਂ 4 ਜਾਂ 5 ਅਸ਼ਟਪਦੀਆਂ ਵਿੱਚ ਉਹਦੇ ਉੱਤੇ ਬੜਾ ਜ਼ੋਰ ਤੇ ਵੀ ਨਾਮ ਕੀ ਹੈ, ਸਿਮਰਨ ਕੀ ਹੈ, ਉਹਦਾ ਕਿਉਂ ਰਿਮੈਂਬਰੈਂਸ ਇੰਪੋਰਟੈਂਟ ਹੈ, ਉਸਦੀ ਹੋਰਾਂ ਚੀਜ਼ਾਂ ਨਾਲੋਂ ਹਟ ਕੇ ਇਹ ਚੀਜ਼ ਕਰਨੀ ਕਿਉਂ ਜ਼ਰੂਰੀ ਹੈ। ਉਸ ਤੋਂ ਬਾਅਦ ਫਿਰ ਅਗਲੀਆਂ 3 ਅਸ਼ਟਪਦੀਆਂ ਵਿੱਚ, ਸਾਧ ਵਾਲੀ ਅਸ਼ਟਪਦੀ ਵਿੱਚ, ਬ੍ਰਹਮ ਗਿਆਨੀ ਵਿੱਚ, ਉਸ ਤੋਂ ਅਗਲੀ ਅਸ਼ਟਪਦੀ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਸੀ ਨੇ ਕਿ ਆਈਡੀਅਲ ਕੌਣ ਹੈ, ਆਈਡੀਅਲ ਪਰਸਨ ਕੌਣ ਹੈ ਗੁਰਮਤਿ ਵਿੱਚ, ਕੌਣ ਹੈ ਬ੍ਰਹਮ ਗਿਆਨੀ ਜਿਹੜਾ ਉਸਨੂੰ ਧਿਆਨ ਦਾ, ਉਹਦੇ ਨੇੜੇ ਕਿਸ ਤਰ੍ਹਾਂ ਲੱਗਣਾ ਹੈ। ਉਸ ਤੋਂ ਅਗਲੀਆਂ ਅਸ਼ਟਪਦੀਆਂ ਦੇ ਵਿੱਚ ਜਿਹੜੀ ਉਹਦੀ ਸਾਰਥਕ ਜਿਹੜੀ ਬ੍ਰਹਮ ਬਾਰੇ ਉਹਦੀ ਜਿਹੜੀ ਵਿਆਪਕ ਉਹਦੀ ਜਿਹੜੀ ਹਸਤੀ ਜਿਹੜੀ ਹੈ, ਜਿਹੜੀ ਉਹਦੀ ਕ੍ਰੀਏਸ਼ਨ ਬਾਰੇ ਗੱਲ ਆਈ ਹੈ। ਤੇ ਕ੍ਰੀਏਸ਼ਨ ਬਾਹਰ ਤੇ ਅੰਦਰਲੀ ਦੋਨੋਂ ਕ੍ਰੀਏਸ਼ਨ ਬਾਰੇ ਗੱਲ ਕੀਤੀ ਸੀ। ਇੱਕ ਕ੍ਰੀਏਸ਼ਨ ਉਹ ਜਿਹੜੀ ਨਜ਼ਰ ਆਉਂਦੀ ਹੈ ਕਈ ਕੋਟ ਵਾਲੀ ਅਸ਼ਟਪਦੀ ਵਿੱਚ, ਤੇ ਇੱਕ ਕ੍ਰੀਏਸ਼ਨ ਉਹ ਜਿਹੜੀ ਤੁਹਾਡੇ ਅੰਦਰ ਚਲਦੀ ਹੈ, ਤੁਹਾਡੇ ਅੰਦਰਲੇ ਵਿਚਾਰ ਕਰਦੇ ਹਨ। ਉੱਥੇ ਕਬੂ ਊਚ ਨੀਚ ਮੈਂ ਬਸੈ, ਉਹਦੇ ਵਿੱਚ ਸਮਝਾਇਆ ਸੀ ਨੇ ਕਿ ਅੰਦਰਲੇ ਵਿਚਾਰ ਦਾ ਮਾਲਕ ਵੀ ਉਹੀ ਹੈ, ਅੰਦਰ ਚੱਲਣ ਵਾਲੇ ਦਾ ਮਾਲਕ ਹੋਰ ਕੋਈ ਨਹੀਂ ਹੈ। ਜੋ ਬਾਹਰ ਬੈਠਾ ਹੋਇਆ ਹੈ, ਜੋ ਚਲਾ ਰਿਹਾ ਹੈ, ਉਹੀ ਅੰਦਰ ਚਲਾ ਰਿਹਾ ਹੈ। ਤੇ ਇਹਨਾਂ ਅਸ਼ਟਪਦੀਆਂ ਦੇ ਵਿਚਾਰ ਤੋਂ ਬਾਅਦ ਮਹਾਰਾਜ ਹੁਣ ਇਸ ਇੰਪੋਰਟੈਂਟ ਅਸ਼ਟਪਦੀ ਵਿੱਚ, ਗੁਰਮਤ ਥਿਓਲੋਜੀ ਵਿੱਚ ਇਸ ਅਸ਼ਟਪਦੀ ਨੂੰ ਬਹੁਤ ਆਫਨ ਕੋਟ ਕੀਤਾ ਜਾਂਦਾ ਹੈ, ਸਪੈਸ਼ਲੀ ਜਿਹੜੇ ਸਟੈਂਜ਼ਾਸ ਨੰਬਰ 5, 6, 7 and 8 ਹਨ, ਥੋੜੇ ਡਿਫਿਕਲਟ ਵੀ ਹਨ ਸਮਝਣੇ। ਤੇ ਉਹਨਾਂ ਹੁਣ ਫੋਕਸ ਜਿਹੜਾ ਹੈ ਸਾਰਾ ਨਿਰਗੁਣ ਰੂਪ ਦੇ ਉੱਤੇ ਹੈ। ਤੇ ਨਿਰਗੁਣ ਰੂਪ ਪ੍ਰਮਾਤਮਾ ਉਹ ਹੈ ਜਿਹੜਾ ਦੂਰ ਹੈ, ਜਿਹੜਾ ਨਜ਼ਰ ਨਹੀਂ ਆਉਂਦਾ, ਜਿਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਤੇ ਸਰਗੁਣ ਰੂਪ ਉਹ ਹੈ ਜਿਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਜਿਹੜਾ ਨੇੜੇ ਹੈ, ਜਿਹੜਾ ਮੇਰੇ ਤੁਹਾਡੇ ਵਿੱਚ ਹੈ, ਜਿਹਨੂੰ ਹੱਥ ਲਾਇਆ ਜਾ ਸਕਦਾ ਹੈ। ਪ੍ਰਕਿਰਤੀ ਤੋਂ ਲੈ ਕੇ ਹਰ ਇਨਸਾਨ, ਹਰ ਇੱਕ ਵਿੱਚ ਜਿਹਦੇ ਜਿੰਦ ਜਾਨ ਹੈ, ਉਹ ਸਰਗੁਣ ਰੂਪ ਵਿੱਚ ਹੈ। ਗੁਰਮਤਿ ਨੇ ਦੋਨੋਂ ਰੂਪ ਪ੍ਰਵਾਨ ਕੀਤੇ ਹਨ, ਪਰ ਮਹਾਰਾਜ ਨੇ ਇਸ ਅਸ਼ਟਪਦੀ ਵਿੱਚ ਦਿਸ ਬਿਗਨਿੰਗ ਵਿੱਚ ਨਿਰਗੁਣ ਰੂਪ ਬ੍ਰਹਮ ਦੀ ਵਿਆਖਿਆ ਕੀਤੀ ਨੇ। ਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰੈਗੁਣ ਤੇ ਪ੍ਰਭ ਪਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹਦਾ ਰੂਪ ਰੇਖ ਰੰਗ ਕੋਈ ਉਹਦਾ ਰੂਪ ਰੇਖ ਰੰਗ ਨਹੀਂ ਹੈ, ਕਾਲਾ ਚਿੱਟਾ ਹਰਾ,
ਕਿੰਨੀਆਂ ਅੱਖਾਂ ਵਾਲਾ, ਕਿਸ ਰੰਗ ਦਾ ਹੈ, ਕਿਸ ਸ਼ੇਪ ਦਾ ਹੈ, ਉਹ ਕਿਸੇ ਸ਼ੇਪ ਦੇ ਵਿੱਚ ਨਹੀਂ ਆ ਸਕਦਾ। ਸਾਰੇ ਸ਼ੇਪ ਉਸੀ ਦੇ ਹਨ। ਤਨਾਸਰੀ ਮਹੱਲਾ ਪਹਿਲੇ ਚ ਆਰਤੀ ਰੋਜ਼ ਪੜ੍ਹਦੇ ਹਾਂ, ਆਰਤੀ ਦੀ ਚੌਕੀ, ਉਹਦੇ ਮਹਾਰਾਜ ਇਸ ਗੱਲ ਦੀ ਕਲੈਰਿਟੀ ਉੱਥੇ ਵੀ ਦੇ ਦਿੱਤੀ ਨੇ ਕਿ ਅੱਖਾਂ ਉਹਦੀਆਂ ਕੋਈ ਵੀ ਨਹੀਂ ਹਨ, ਪਰ ਸਾਰੀਆਂ ਅੱਖਾਂ ਉਸਦੀਆਂ ਹਨ। ਨੱਕ ਉਹਦਾ ਕੋਈ ਵੀ ਨਹੀਂ ਹੈ, ਪਰ ਸਾਰੇ ਨੱਕ ਉਸਦੇ ਹਨ। ਕੰਨ ਕੋਈ ਵੀ ਨਹੀਂ, ਕੰਨ ਉਹਦਾ ਆਪਣਾ ਕੰਨ ਕੋਈ ਵੀ ਨਹੀਂ, ਪਰ ਸਾਰੇ ਕੰਨ ਉਸਦੇ ਹਨ। ਪੈਰ ਉਸਦੇ ਕੋਈ ਪੈਰ ਨਹੀਂ, ਪਰ ਸਾਰੇ ਪੈਰ ਉਸਦੇ ਹਨ। ਸਹਿਸਤਵ ਨੈਣ ਨਨ ਨੈਣ ਹੈ ਤੋਏ ਕੋ, ਇੱਥੇ ਵੀ ਉਸੀ ਗੱਲ ਦਾ ਨਿਰੂਪਣ ਕਰਦੇ ਹਨ ਕਿ ਉਹਦਾ ਆਪਣਾ ਰੂਪ ਰੰਗ ਕੁਛ ਨਹੀਂ ਹੈ। ਉਹਦਾ ਆਪਣਾ ਰੂਪ ਰੰਗ ਕੋਈ ਨਹੀਂ ਉਹਦਾ। ਸਾਰੇ ਪਰ ਰੰਗ ਸਾਰੇ ਉਸੀ ਦੇ ਹਨ। ਰੂਪ ਨ ਰੇਖ ਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਪਿਮ, ਤਿੰਨਾਂ ਤਮੋ ਗੁਣ ਤੋਂ, ਸਤੋ ਗੁਣ ਤੋਂ, ਰਜੋ ਗੁਣ ਤੋਂ ਉੱਤੇ ਹੈ ਉਹ। ਤਿੰਨਾਂ ਗੁਣਾਂ ਤੋਂ ਉੱਤੇ ਹੈ ਉਹ। ਤਿੰਨਾਂ ਗੁਣਾਂ ਵਿੱਚ ਆਉਣ ਵਾਲਾ ਨਹੀਂ ਹੈ। ਕਿਸੇ ਰੂਪ ਰੰਗ ਰੇਖ ਵਿੱਚ ਆਉਣ ਵਾਲਾ ਨਹੀਂ ਹੈ ਉਹ। ਤੇ ਲੇਕਿਨ ਇਹੋ ਜਿਹੇ ਪ੍ਰਭ ਜਿਹੜਾ ਕਿਤੇ ਦਿਸਣ ਵਾਲਾ ਨਹੀਂ, ਇਹੋ ਜਿਹਾ ਪ੍ਰਮਾਤਮਾ ਜਿਹਦਾ ਕੋਈ ਰੂਪ ਰੰਗ ਨਹੀਂ, ਉਸਨੂੰ ਕਿਸ ਨਾਲ ਪਾ ਲੈਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸਮਝਾਉਂਦੇ ਹਨ ਕਿ ਇਸ ਨੂੰ ਬੁੱਝਣਾ ਹੈ, ਉਸਨੂੰ ਸਮਝਣਾ ਹੈ। ਤੇ ਸਮਝਣਾ ਕਿਸ ਤਰ੍ਹਾਂ ਹੈ? ਸਮਝ ਕਿਸ ਨੂੰ ਪੈਂਦੀ ਹੈ ਪ੍ਰਮਾਤਮਾ ਬਾਰੇ? ਜਿਹਦੇ ਉੱਤੇ ਉਹ ਪ੍ਰਸੰਨ ਹੋ ਜਾਵੇ, ਜੇ ਉਹਦੀ ਖੁਸ਼ੀ ਲੈਣੀ ਹੈ। ਤੇ ਉਹਦੀ ਖੁਸ਼ੀ ਕਿੰਝ ਲਵੇ ਬੰਦਾ? ਪ੍ਰਮਾਤਮਾ ਦੀ ਖੁਸ਼ੀ ਕਿੰਝ ਲਵੇ? ਮਾਪਿਓ ਹੁੰਦੇ ਹਨ, ਟੀਚਰ ਹੁੰਦੇ ਹਨ। ਆਪਣੀ ਟੀਚਰ ਦੀ ਬੰਦਾ ਖੁਸ਼ੀ ਕਿਸ ਤਰ੍ਹਾਂ ਲੈਂਦਾ ਹੈ? ਆਪਣੀ ਟੀਚਰ ਦੀ ਖੁਸ਼ੀ ਲੈਂਦਾ ਹੈ ਟੀਚਰ ਦੀ ਗੱਲ ਸੁਣ ਕੇ, ਟੀਚਰ ਦੀ ਹਦਾਇਤਾਂ ਤੋਂ ਮੰਨ ਕੇ। ਜੇ ਟੀਚਰ ਕਵੇ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਪੜ੍ਹਨਾ ਹੈ, ਇਹ ਨਹੀਂ ਕਰਨਾ, ਇੰਜ ਨਹੀਂ ਕਰਨਾ, ਇਹ ਵਾਲੇ ਪ੍ਰੋਬਲਮ ਸੋਲਵ ਕਰਨੇ ਹਨ, ਇਤਨੇ ਘੰਟੇ ਇਹਦੇ ਉੱਤੇ ਬਿਤਾਣੇ ਹਨ, ਤੇ ਆਪਣੀ ਮਨਮਰਜ਼ੀ ਨਾ ਕਰੇ, ਫਿਰ ਉਹ ਆਪਣੀ ਟੀਚਰ ਦੀ ਗੱਲ ਸੁਣੇ। ਤੇ ਮਾਪਿਓ ਦੀ ਬੰਦਾ ਖੁਸ਼ੀ ਕਿੰਝ ਲੈਂਦਾ ਹੈ? ਆਪਣੇ ਮਾਪਿਓ ਦੀ ਖੁਸ਼ੀ ਲੈਂਦਾ ਹੈ ਜਦੋਂ ਮਾਪਿਓ ਦੇ ਚੱਲੇ ਹੋਏ ਰਸਤੇ ਤੇ ਚੱਲਦਾ ਹੈ। ਜਦੋਂ ਕਹਿੰਦੇ ਨੇ ਇੰਜ ਨਹੀਂ ਬੇਟਾ ਇੰਜ ਕਰਨਾ ਹੈ, ਤੇ ਫਿਰ ਉਹ ਫਿਰ ਕੁਐਸਚਨ ਨਾ ਕਰੇ ਉਸਨੂੰ, ਉਹ ਸਮਝੇ ਕਿ ਇਹ ਮੇਰੇ ਤੋਂ ਜ਼ਿਆਦਾ ਸਿਆਣੇ ਹਨ। ਤੇ ਆਪਣੇ ਆਫਿਸ ਵਿੱਚ ਵੀ ਜਦੋਂ ਜਿਹਦੇ ਵਾਸਤੇ ਕੰਮ ਕਰਦਾ ਹੈ, ਆਪਣੇ ਬਾਸ ਜੇ ਉਹਦੀ ਖੁਸ਼ੀ ਲੈਣੀ ਹੋਵੇ ਤੇ ਉਹਦੇ ਮੁਤਾਬਿਕ ਕੰਮ ਕਰਨਾ ਪੈਂਦਾ ਹੈ, ਜਿਸ ਤਰ੍ਹਾਂ ਉਹਨੂੰ ਪਸੰਦ ਹੈ। ਤੁਸੀਂ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ ਉੱਥੇ। ਜੇ ਕਰੋਗੇ ਤੇ ਫਿਰ ਇਸ਼ੂਜ਼ ਆਉਂਦੀਆਂ ਨੇ ਉਹਦੇ ਨਾਲ। ਉਸੀ ਤਰ੍ਹਾਂ ਸਪਿਰਿਚੁਅਲ ਪ੍ਰੋਗਰੈਸ ਵਿੱਚ ਵੀ ਖੁਸ਼ੀ ਲੈਣੀ ਹੈ, ਤੁਸੀਂ ਉਸ ਪ੍ਰਮਾਤਮਾ ਦੀ ਖੁਸ਼ੀ ਲੈਣੀ ਹੈ, ਆਪਣੇ ਗੁਰੂ ਦੀ। ਤੇ ਖੁਸ਼ੀ ਲੈਣੀ ਕਿਸ ਤਰ੍ਹਾਂ ਹੋ ਸਕਦੀ ਹੈ? ਜਦੋਂ ਉਹਦੀ ਮਰਜ਼ੀ ਦੇ ਹਿਸਾਬ ਨਾਲ ਜੀਵਨ ਜੀਓਗੇ, ਆਪਣੀ ਮਰਜ਼ੀ ਦੇ ਹਿਸਾਬ ਨਾਲ ਨਹੀਂ। ਹੁਕਮ ਦੀ ਰਜ਼ਾ ਵਿੱਚ ਚੱਲੋਗੇ, ਉਹਦੇ ਹੁਕਮ ਨੂੰ ਪਹਿਚਾਣੋਗੇ, ਜੋ ਉਹਨੂੰ ਚੀਜ਼ਾਂ ਪਸੰਦ ਹਨ ਉਹ ਕਰੋਗੇ ਤੁਸੀਂ, ਤਾਂ ਉਹਦੀ ਖੁਸ਼ੀ ਮਿਲ ਸਕਦੀ ਹੈ ਤੁਹਾਨੂੰ। ਤੇ ਇਹ ਕਿੱਥੋਂ ਸਿੱਖਦਾ ਬੰਦਾ? ਇਹ ਇਨਕਰੇਜਮੈਂਟ ਕਿੱਥੋਂ ਮਿਲਦੀ ਹੈ ਉਸ ਪਾਥ ਤੇ ਜਾਣ ਵਾਸਤੇ? ਇਹ ਸਾਧੂ ਦੇ ਸੰਗ ਤੋਂ ਮਿਲਦੀ ਹੈ, ਜਿਹੜੀ ਪਹਿਲੀ ਅਸ਼ਟਪਦੀ ਦੇ 16ਵੀਂ ਅਸ਼ਟਪਦੀ ਦੇ ਪਹਿਲੇ ਸਟੈਂਜ਼ਾ ਵਿੱਚ ਗੱਲ ਦੀ ਕਲੈਰਿਟੀ ਕਰਨਗੇ। ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਉਸਨੂੰ ਉਹ ਬੁਝਾਉਂਦਾ ਹੈ, ਉਸਨੂੰ ਉਹ ਨੇੜੇ ਆਣ ਦਿੰਦਾ ਹੈ, ਜਿਹਦੇ ਨਾਲ ਪ੍ਰੇਮ ਹੁੰਦਾ ਹੈ, ਜਿਹਦੇ ਉੱਤੇ ਉਹਦੀ ਖੁਸ਼ੀ ਹੁੰਦੀ ਹੈ। ਇਹ ਵੀ ਕਲਾਸ ਵਿੱਚ ਉਸੀ ਨੂੰ ਮਿਲਦੇ ਹਨ ਜਿਹਦੇ ਉੱਤੇ ਟੀਚਰ ਖੁਸ਼ ਹੁੰਦਾ ਹੈ, ਉਹਦਾ ਵਰਕ ਦੇਖਦਾ ਹੈ, ਉਹਦੇ ਐਸੇਸ ਪੜ੍ਹਦਾ ਹੈ, ਉਹਦੇ ਐਗਜ਼ਾਮ ਚੈੱਕ ਕਰਦਾ ਹੈ, ਦੇਖਦਾ ਹੈ ਕਿ ਨਹੀਂ ਇਹ ਸਟੂਡੈਂਟ ਮੇਰੇ ਹਿਸਾਬ ਨਾਲ ਚੱਲਣ ਵਾਲਾ ਹੈ, ਜਿਸ ਤਰ੍ਹਾਂ ਮੈਂ ਸਮਝਾਇਆ ਸੀ ਇਸੇ ਤਰ੍ਹਾਂ ਉਹਨੇ ਕੀਤਾ ਹੈ। ਮਾਂ ਪਿਓ ਦੀ ਖੁਸ਼ੀ ਵੀ ਬੰਦਾ ਉਂਝ ਹੀ ਲੈਂਦਾ ਹੈ। ਹਰ ਦੋਸਤ ਦੀ ਬੰਦਾ ਵੀ ਖੁਸ਼ੀ ਉਂਝ ਲੈਂਦਾ ਹੈ ਜਦੋਂ ਉਹਦੇ ਵਿਰੁੱਧ ਨਹੀਂ ਚੱਲਦਾ, ਉਹਦੇ ਅਗੇਂਸਟ ਨਹੀਂ ਚੱਲਦਾ, ਉਹਦੇ ਨਾਲ ਚੱਲਦਾ ਹੈ ਤੇ ਕੁਐਸਚਨ ਨਹੀਂ ਕਰਦਾ। ਇਸ ਅਸ਼ਟਪਦੀ ਦੇ ਪਹਿਲੇ ਸਟੈਂਜ਼ਾ ਵਿੱਚ, let me read the stanza out first. ਅਬਨਾਸੀ ਪ੍ਰਭ ਮਨ ਮੇ ਰਾਖ, ਮਾਨੁ ਕੀ ਤੂ ਪ੍ਰੀਤ ਤਿਆਗ, ਤਿਸ ਤੇ ਪਰੇ ਨਾਹੀ ਕਿਛ ਹੋਏ, ਸਰਮ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ, ਸਾਥ ਤੇਰੇ ਕੀ ਚਰਨੀ ਪਾਓ, ਨਾਨਕ ਕੇ ਮਨ ਇਹ ਅਨਰਾਓ। ਮਹਾਰਾਜ ਡਿਸਕ੍ਰਾਈਬ ਕਰਦੇ ਹਨ ਕਿ ਉਹ ਪ੍ਰਮਾਤਮਾ ਅਬਨਾਸੀ ਪ੍ਰਭ ਮਨ ਮੇ ਰਾਖ, ਮਾਨੁ ਕੀ ਤੂ ਪ੍ਰੀਤ ਤਿਆਗ। ਜੇ ਉਹਦੀ ਖੁਸ਼ੀ ਲੈਣੀ ਹੈ, ਜੇ ਉਸਨੂੰ ਬੁੱਝਣਾ ਹੈ, ਤੇ ਉਹਦੇ ਨਾਲ ਪ੍ਰੇਮ ਕਰ। ਤੇ ਆਪਣੇ ਜਿਹੜੇ ਤੂੰ ਸਮਝਿਆ ਬੈਠਾ ਹੈ ਤੇਰੇ ਅਸਲੀ ਸਾਥੀ ਹਨ, ਜਿਹੜੇ ਤੇਰੇ ਹੋਰ ਮਨੁੱਖ ਜਿਹੜੇ ਤੇਰੇ ਸਾਥੀ ਜਿਹੜੇ ਹਨ, ਤੂੰ ਉਹਨਾਂ ਨੂੰ ਜਿਹਨੂੰ ਅਸਲੀ ਸਾਥੀ ਮੰਨ ਕੇ ਬੈਠ, ਉਹਨਾਂ ਦੀ ਪ੍ਰੀਤ ਘਟਾ ਕੇ ਪ੍ਰਮਾਤਮਾ ਦੀ ਪ੍ਰੀਤੀ ਨੂੰ ਅੰਦਰੋਂ ਜਗਾ ਕਰੋ। ਇਹ ਕਿਸ ਤਰ੍ਹਾਂ ਹੁੰਦੀ ਹੈ? ਨਿਰਗੁਣ ਰੂਪ ਪ੍ਰਮਾਤਮਾ ਜਿਸਨੂੰ ਤੁਸੀਂ ਕਦੀ ਦੇਖਿਆ ਨਹੀਂ, ਤੁਸੀਂ ਕਦੀ ਮਹਿਸੂਸ ਨਹੀਂ ਕੀਤਾ, ਉਹਦੇ ਨਾਲ ਪ੍ਰੇਮ ਕਿੰਝ ਹੁੰਦਾ ਹੈ? ਪ੍ਰੇਮ ਬਾਣੀ ਕਰਵਾਉਂਦੀ ਹੈ। ਗੁਰਬਾਣੀ ਦੇ ਨੇੜੇ ਆਉਣ ਨਾਲ ਪ੍ਰਮਾਤਮਾ ਦੇ ਨਾਲ ਪ੍ਰੇਮ ਵੱਧਦਾ ਹੈ। ਇਹ ਨੈਚੁਰਲ ਹੈ।
ਐਕਸਪੈਰੀਮੈਂਟ ਬੜਿਆਂ ਨੇ ਕੀਤੇ ਹਨ, ਮੈਂ ਵੀ ਕੀਤੇ ਹਨ, ਤੁਸੀਂ ਵੀ ਕਰਕੇ ਦੇਖ ਲਓ। ਬਾਣੀ ਪੜ੍ਹਨ ਵਾਲਾ, ਬਾਣੀ ਸਮਝਣ ਵਾਲਾ, ਬਾਣੀ ਦੇ ਨਾਲ ਪ੍ਰੇਮ ਕਰਨ ਵਾਲਾ, ਕੀਰਤਨ ਕਰਨ ਵਾਲਾ, ਕੀਰਤਨ ਸਿਖਾਉਣ ਵਾਲਾ, ਕੀਰਤਨ ਸੁਣਨ ਵਾਲੇ ਦੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਆਟੋਮੈਟਿਕਲੀ ਉਜਾਗਰ ਹੋ ਜਾਂਦਾ ਹੈ। ਇਹ ਜਾਦੂ ਹੈ ਬਾਣੀ, ਇਹ ਮੈਜਿਕ ਹੈ ਇਹਦਾ। ਜਦੋਂ ਬਾਣੀ ਜ਼ਿਆਦਾ ਪੜ੍ਹਦਾ ਹੈ, ਆਪਣੀ ਗੁਰੂ ਦੀ ਗੱਲ ਨੂੰ ਸੁਣਦਾ ਹੈ, ਆਪਣੀ ਗੁਰੂ ਦੀ ਗੱਲ ਨੂੰ ਮੰਨਦਾ ਹੈ, ਉਹਦੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਨੈਚੁਰਲੀ ਉਜਾਗਰ ਹੋ ਜਾਂਦਾ ਹੈ। ਤੇ ਇਹ ਤਾਂ ਹੁੰਦਾ ਹੈ ਜਦੋਂ ਬਾਹਰਲੇ ਇੰਟਰਸਟ ਘਟ ਕੇ ਗੁਰੂ ਦੇ ਇੰਟਰਸਟ ਵਧਣ। ਜੋ ਇਹ ਬਾਹਰਲੇ ਇੰਟਰਸਟ ਘਟ ਕੇ ਗੁਰਬਾਣੀ ਨਾਲ ਜ਼ਿਆਦਾ ਇੰਟਰਸਟ ਪਵੇ, ਇਹ ਬਾਹਰਲੇ ਇੰਟਰਸਟ, ਬਾਹਰਲੀਆਂ ਕਿਤਾਬਾਂ ਘੱਟ ਪੜ੍ਹ ਕੇ ਇਹ ਫਿਰ ਭਾਈ ਸਾਹਿਬ ਭਾਈ ਵੀਰ ਸਿੰਘਾਂ ਨੂੰ ਪੜ੍ਹਦਾ ਹੈ, ਭਾਈ ਕਾਹਨ ਸਿੰਘ ਨਾਭਾ ਦੇ ਨੇੜੇ ਆਉਂਦਾ ਹੈ। ਇਹ ਫਿਰ ਭਾਈ ਗੁਰਦਾਸ ਦੀਆਂ ਵਾਰਾਂ ਤੇ ਕਬਿਤ ਸਵਈਏ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਇਹ ਭਾਈ ਨੰਦ ਲਾਲ ਜੀ ਦੇ ਉਹਨਾਂ ਦੀ ਕਲਾਮ ਨੂੰ ਪੜ੍ਹਦਾ ਹੈ ਤੇ ਉਹਨਾਂ ਦੇ ਕਲਾਮ ਨੂੰ ਪੜ੍ਹ ਕੇ ਦਸਮ ਪਿਤਾ ਦੇ ਦਰਸ਼ਨ, ਉਹਨਾਂ ਦੀ ਆਤਮਾ ਦੇ ਦਰਸ਼ਨ ਉਹਨਾਂ ਦੇ ਕਲਾਮ ਵਿੱਚੋਂ ਕਰਦਾ ਹੈ। ਇਹ ਤਾਂ ਹੋ ਪਾਉਂਦਾ ਹੈ ਸਾਰਾ। ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੇ ਨਹੀਂ ਕੁਛ ਹੋਏ ਸਰਬ ਨਿਰੰਤਰ। ਉਸ ਤੋਂ ਵੱਡਾ ਹੋਰ ਕੋਈ ਨਹੀਂ ਹੈ। ਹਰ ਜਗ੍ਹਾ ਵਸਣ ਵਾਲਾ ਉਹ ਹੈ। ਉਹ ਆਪੇ ਬੀਨਾ ਹੈ ਤੇ ਆਪੇ ਦਾਨਾ ਹੈ। ਆਪੇ ਸਭ ਕੁਝ ਕਰਨ ਵਾਲਾ ਹੈ। ਡਿਸਟਰੋਏ ਕਰਨ ਵਾਲਾ ਵੀ ਉਹੀ ਹੈ, ਬਣਾਉਣ ਵਾਲਾ ਵੀ ਉਹੀ ਹੈ। ਸਭ ਤੋਂ ਸਿਆਣਾ ਉਹ ਹੈ ਤੇ ਦੇਣ ਵਾਲਾ ਵੀ ਉਹੀ ਹੈ। ਗਹਿਰ ਗੰਭੀਰ, ਸਭ ਤੋਂ ਵੱਡਾ ਗੁਣੀ ਗਹੀਰ ਹੈ, ਬਹੁਤ ਗੰਭੀਰ ਹੈ, ਬਹੁਤ ਡੂੰਘਾ ਹੈ। ਤੇ ਗਹੀਰ ਬਣੇ ਅਥਾਹ ਹੈ, ਬਹੁਤ ਵੱਡਾ। ਉਹਨੂੰ ਸਮਝਣਾ ਇੰਪੋਸੀਬਲ ਹੈ। ਉਹਨੂੰ ਸਮਝਣਾ ਨਹੀਂ, ਉਹਨੂੰ ਕੋਈ ਸਮਝ ਨਹੀਂ ਸਕਿਆ ਉਸਨੂੰ। ਹਾਂ, ਉਹਦੇ ਵਿੱਚ ਮਿਲ ਸਕਦੇ ਹੋ। ਜਿਸ ਤਰ੍ਹਾਂ ਗੰਗਾ ਦੀ origin ਹਿਮਾਲਿਆਜ਼ ਵਿੱਚ ਹੈ, ਗੰਗੋਤਰੀ ਤੋਂ ਹੈ, ਗੋਮੁਖ ਤੋਂ ਹੈ। ਤੇ ਗੰਗਾ ਇਸ ਗੱਲ ਦਾ ਮਾਨ ਫਕਰ ਕਰਦੀ ਹੈ ਜਦੋਂ ਬੇ ਆਫ ਬੰਗਾਲ ਚ ਐਂਟਰ ਕਰਦੀ ਹੈ ਕਿ ਮੈਂ ਛੋਟੀ ਜੀ ਸੀ, ਦੇਖੋ ਥੋੜੀ ਵੱਡੀ ਹੋਈ, ਹੁਣ ਮੈਂ ਦੇਖੋ ਮੇਰੇ ਤੇਰੇ ਤੇ ਕੋਈ ਫਰਕ ਨਹੀਂ ਰਹਿ ਗਿਆ ਕੋਈ। ਹੁਣ ਜਿਤਨਾ ਤੂੰ ਗਹਿਰਾ ਹੈ ਉਤਨੀ ਹੀ ਮੈਂ ਗਹਿਰੀ ਹਾਂ। ਮੈਨੂੰ ਕੋਈ ਇਸ ਗੱਲ ਦਾ ਅੰਦਾਜ਼ਾ ਨਹੀਂ ਤੂੰ ਕਿਤਨਾ ਗਹਿਰਾ ਹੈ। ਪ੍ਰਮਾਤਮਾ ਦੇ ਭਗਤ ਵੀ ਐਵੇਂ ਹੀ ਹਨ। ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ। ਹੇ ਮੇਰੇ ਕਿਰਪਾ ਦੇ ਸਾਗਰ, ਹੇ ਮੇਰੇ ਦਿਆਲੂ ਪੁਰਖ, ਹੇ ਮੇਰੇ ਦਿਆਲ ਪੁਰਖ। ਨਾਨਕ ਦੇ ਮਨ ਵਿੱਚ, ਨਾਨਕ ਕੇ ਮਨ ਇਹ ਅਨਰਾਓ, ਨਾਨਕ ਦੇ ਮਨ ਵਿੱਚ ਇੱਕ ਅਨਰਾਓ ਹੈ। ਨਾਨਕ ਦੇ ਮਨ ਵਿੱਚ ਇੱਕ ਪ੍ਰੇਮ ਹੈ। ਉਹ ਪ੍ਰੇਮ ਕੀ ਹੈ ਕਿ ਸਾਹਤ ਤੇਰੇ ਕੀ ਚਰਨੀ ਪਾਓ। ਮੈਨੂੰ ਆਪਣੇ ਪ੍ਰੇਮੀਆਂ ਦੀ ਸੰਗਤ ਬਖਸ਼ ਦਿਓ। ਪਾਓ ਦੇ ਊੜੇ ਨੂੰ ਔਕੜ ਹੈ ਇੱਥੇ, ਫਸਟ ਪਰਸਨ ਸਿੰਗੂਲਰ। ਗੋਇੰਦੇ ਮਹਾਰਾਜ ਆਪਣੇ ਵਾਸਤੇ ਵਰਡ ਯੂਜ਼ ਕਰਦੇ ਹਨ ਕਿ ਨਾਨਕ ਦੇ ਮਨ ਵਿੱਚ ਇੱਕ ਪ੍ਰੇਮ ਹੈ, ਨਾਨਕ ਦੇ ਮਨ ਵਿੱਚ ਚਾਹ ਹੈ, ਨਾਨਕ ਦੇ ਮਨ ਵਿੱਚ ਇੱਕ ਅਨੁਰਾਓ ਹੈ। ਉਹ ਅਨੁਰਾਓ ਕੀ ਹੈ ਕਿ ਜਿਹੜੇ ਤੁਹਾਨੂੰ ਬਹੁਤ ਯਾਦ ਕਰਦੇ ਹਨ, ਜਿਹੜੇ ਤੁਹਾਨੂੰ ਬਹੁਤ ਧਿਆਉਂਦੇ ਹਨ, ਜਿਹੜੇ ਤੁਹਾਡੇ ਨਾਲ ਬਹੁਤ ਪ੍ਰੇਮ ਕਰਦੇ ਹਨ, ਇਹੋ ਜਿਹੇ ਮਨੁੱਖ, ਇਹੋ ਜਿਹੇ ਸਾਧੂ ਜਨ, ਇਹੋ ਜਿਹੇ ਜੁੜੇ ਹੋਏ ਜਿਹੜੇ ਤੁਹਾਡੇ ਨਾਲ ਬਹੁਤਾ ਪਿਆਰ ਕਰਦੇ ਹਨ, ਉਹਨਾਂ ਦੀ ਚਰਨੀ ਮੈਨੂੰ ਪਾ ਦਿਓ, ਉਹਨਾਂ ਨਾਲ ਮੈਨੂੰ ਰਲਾ ਦਿਓ, ਉਹਨਾਂ ਨਾਲ ਮੇਰੀ ਦੋਸਤੀ ਕਰ ਦਿਓ। ਉਹਨਾਂ ਨੂੰ ਪਤਾ ਹੈ ਇਹ ਪ੍ਰੇਮ ਪ੍ਰਮਾਤਮਾ ਦਾ, ਇਹ ਬੁਝਾਣਾ, ਇਹ ਨਿਰਗੁਣ ਰੂਪ ਪ੍ਰੇਮ ਪ੍ਰਮਾਤਮਾ ਦੇ ਉਹਨਾਂ ਤੋਂ ਮਿਲਦਾ ਹੈ। ਇਹ ਯਾਦ ਰਹੇ ਮੇਰੀ ਗੱਲ, ਬਾਣੀ 'ਚ ਬਾਰ-ਬਾਰ ਇਸ ਗੱਲ ਦਾ ਨਿਰੂਪਣ ਆਇਆ ਹੈ ਕਿ ਪ੍ਰਮਾਤਮਾ ਦੀ ਪ੍ਰਾਪਤੀ ਬਗੈਰ ਜੁੜਿਆ ਹੋਇਆਂ ਦੀ ਸੰਗਤ ਤੋਂ ਮਿਲਣੀ ਬਹੁਤ ਔਖੀ ਹੈ। ਜਿਸ ਤਰ੍ਹਾਂ ਕੋਈ ਬੰਦਾ ਡਾਕਟਰ ਬਣਨਾ ਹੋਵੇ, ਵਕੀਲ ਬਣਨਾ ਹੋਵੇ, ਕਿਸੇ ਵੀ ਚੀਜ਼ ਦੀ ਐਜੂਕੇਸ਼ਨ ਲੈਣੀ ਹੋਵੇ, ਟੀਚਰ ਮਿਲਣਾ ਬਹੁਤ ਜ਼ਰੂਰੀ ਹੈ। ਉਸਨੂੰ ਰਾਈਟ ਪੁਆਇੰਟ ਤੇ ਗਾਈਡ ਕਰਨਾ, ਉਸਨੂੰ ਕਿਹੜੀਆਂ ਕਿਤਾਬਾਂ ਖਰੀਦਣੀਆਂ, ਕਿਹੜੇ ਪ੍ਰੋਸੈਸ ਤੋਂ ਲੰਘਣਾ, ਜਿਹੜੇ ਐਕਸਪੀਰੀਅੰਸ ਕਰ ਚੁੱਕੇ ਹਨ ਪਹਿਲੇ, ਉਹੀ ਕਹਿ ਸਕਦੇ ਹਨ ਕਿਸ ਤਰ੍ਹਾਂ ਬਣਨਾ ਹੈ। ਇਹ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਡਾਕਟਰ ਬਣਨਾ ਹੋਵੇ ਤੇ 10 ਕਿਤਾਬ ਐਮਾਜ਼ਨ ਤੋਂ ਖਰੀਦ ਲਵੇ, ਆਪ ਪੜ੍ਹ ਲਵੇ ਤੇ ਕਹੇ ਕਿ ਮੈਂ ਡਾਕਟਰ ਬਣ ਗਿਆ। ਦੁਨੀਆ ਕਦੀ ਉਸਨੂੰ ਇਹ ਗੱਲ ਐਕਸੈਪਟ ਨਹੀਂ ਕਰੇਗੀ ਉਸਨੂੰ। ਉਸੇ ਤਰ੍ਹਾਂ ਪਰਮਾਤਮਾ ਪ੍ਰੇਮ ਵਿੱਚ ਵੀ, ਪਰਮਾਤਮ ਗਿਆਨ ਵਿੱਚ ਵੀ ਗੁਰੂ ਦਾ ਸੰਗ, ਜੁੜਿਆ ਹੋਇਆਂ ਦਾ ਸੰਗ, ਇੱਥੇ ਵਰਡ ਸਾਧ ਆਇਆ ਹੈ। ਸਾਧੂ ਜਨਾਂ ਦਾ ਸੰਗ ਕਰਨਾ ਬਹੁਤ ਇੰਪੋਰਟੈਂਟ ਹੈ। ਇਹਨੂੰ ਅੰਡਰ ਐਸਟੀਮੇਟ ਕਦੀ ਨਾ ਕਰਨਾ। ਤੇ ਜੇ ਉਹ ਲਾਈਵ ਵਿੱਚ ਨਹੀਂ ਮਿਲਦੇ ਇਹੋ ਜਿਹੇ ਮਨੁੱਖ, ਜੇ ਉਹ ਤੁਹਾਡੀ ਕਿਸਮਤ ਨਹੀਂ ਇੰਨੀ ਵੱਡੀ ਕਿ ਤੁਹਾਨੂੰ ਤੁਹਾਡੇ ਆਸ-ਪਾਸ ਤੁਹਾਡੇ ਫਰੈਂਡ ਇਹੋ ਜਿਹੇ ਹੋਵਣ ਜਿਹੜੇ ਪ੍ਰਮਾਤਮਾ ਦੇ ਬਾਰੇ ਤੁਹਾਨੂੰ ਜਾਣੂ ਕਰਾ ਸਕਣ, ਤੇ ਫਿਰ ਭਾਈ ਸਾਹਿਬ ਭਾਈ ਵੀਰ ਸਿੰਘਾਂ ਨੂੰ ਪੜ੍ਹੋ, ਫਿਰ ਭਾਈ ਨੰਦ ਲਾਲ ਜੀ ਦੀ ਰਚਨਾਵਾਂ ਨੂੰ ਪੜ੍ਹੋ, ਫਿਰ ਭਾਈ ਗੁਰਦਾਸ ਦੇ ਨੇੜੇ ਆਓ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਨੂੰ, ਫਿਰ ਜਾਪ ਸਾਹਿਬ ਨੂੰ ਸਮਝਣ ਦੀ ਕੋਸ਼ਿਸ਼ ਕਰੋ,
ਫਿਰ ਸੁਖਮਨੀ ਸਾਹਿਬ ਦਾ ਜਾਪ ਬਾਰ-ਬਾਰ ਕਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਆਪਣਾ ਜੀਵਨ ਦਾ ਆਧਾਰ ਬਣਾਓ। ਤੇ ਇਹਦੇ ਨਾਲ ਲੇਕਿਨ ਸਮਝਾਉਣ ਵਾਲਾ ਫਿਰ ਵੀ ਕੋਈ ਚਾਹੀਦਾ ਹੈ, ਕਿਉਂਕਿ ਸ਼ਬਦ ਰੂਪ ਵਿੱਚ ਬਾਣੀ ਹੈ ਸਾਰੀ। ਕਿਸੇ ਦੀ ਮਦਦ ਚਾਹੀਦੀ ਹੈ ਸਮਝਾਉਣ ਰੂਪ ਵਿੱਚ। ਲਾਈਵ ਹੋਵੇ ਨਥਿੰਗ ਲਾਈਕ ਇਟ, ਨਾ ਹੋਵੇ ਫਿਰ ਕਿਤਾਬਾਂ ਰੂਪ ਵਿੱਚ ਪੜ੍ਹੇ, ਫਿਰ ਸੰਤ ਸਿੰਘ ਮਸਕੀਨਰਾਂ ਦੀਆਂ ਟੇਪਸ ਵੀ ਸੁਣੇ, ਉੱਥੋਂ ਗਿਆਨ ਲਵੇ। ਪਰ ਸਾਧੂ ਦਾ ਸੰਗ ਬੜਾ ਇੰਪੋਰਟੈਂਟ ਹੈ। ਅਗਲੀਆਂ 3 ਸਟੈਂਜ਼ਾ ਵਿੱਚ ਪ੍ਰਮਾਤਮਾ ਦੀ ਉਸ ਨਿਰਗੁਣ ਰੂਪ ਬ੍ਰਹਮ ਦੇ ਸੁਭਾਵ ਨੂੰ ਪ੍ਰਕਟ ਕਰਦੇ ਹਨ ਕਿ ਉਸ ਦਾ ਸੁਭਾਵ ਕਿਹੋ ਜਿਹਾ ਹੈ। ਉਹਦਾ ਦਿਆਲੂ ਹੈ, ਉਹ ਬਖਸ਼ੰਦ ਹੈ, ਉਹ ਵੱਡਾ ਹੈ ਬਹੁਤ, ਤੇਰੇ ਕਾਬੂ 'ਚ ਆਉਣ ਨਹੀਂ ਵਾਲਾ, ਤੂੰ ਅਰਦਾਸ ਕਰ ਸਕਦਾ ਹੈ ਖਾਲੀ। ਅਗਲੇ 3 ਸਟੈਂਜ਼ਾ ਵਿੱਚ ਮਹਾਰਾਜ ਇਸ ਗੱਲ ਦਾ ਨਿਰੂਪਣ ਕਰਾਉਂਦੇ ਹਨ। ਦੂਸਰੇ ਸਟੈਂਜ਼ਾ 'ਚ ਮਹਾਰਾਜ ਕਹਿੰਦੇ ਹਨ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨ ਜਾਣੇ ਹੋਰ। ਉਹ ਬਹੁਤ ਵੱਡਾ ਹੈ, ਉਹ ਸਾਰੀਆਂ ਦੀਆਂ ਮਨਸਾ, ਸਾਰੀਆਂ ਦੀਆਂ ਇੱਛਾਵਾਂ ਪੂਰਨ ਕਰਨ ਵਾਲਾ ਹੈ। ਉਹ ਜੋ ਚਾਹੁੰਦਾ ਹੈ ਉਹੀ ਹੁੰਦਾ ਹੈ, ਜੋ ਦਿੰਦਾ ਹੈ ਉਹੀ ਤੁਹਾਨੂੰ ਮਿਲਦਾ ਹੈ। ਜੋ ਕਰ ਪਾਇਆ ਸੋਈ ਹੋਗ, ਜੋ ਉਹ ਚਾਹੁੰਦਾ ਹੈ ਉਹੀ ਤੁਹਾਡੇ ਨਾਲ ਹੁੰਦਾ ਹੈ। ਤੁਸੀਂ ਅਰਦਾਸ ਕਰ ਸਕਦੇ ਹੋ, ਹੇ ਮੇਰੇ ਦਾਤਾ ਮੈਨੂੰ ਇਹ ਚੀਜ਼ ਦੇ ਦਿਓ, ਪਰ ਉਹ ਮਿਲੇਗੀ ਤਾਂ ਜੋ ਉਹਦੀ ਮਰਜ਼ੀ ਹੋਏਗੀ, ਮਿਲੇਗੀ ਤਾਂ ਜੋ ਤੁਸੀਂ ਵਰਦੀ ਹੋਵੋਗੇ ਉਸ ਮਿਲਣ ਦੇ ਉੱਤੇ। ਬਾਕੀ ਚੀਜ਼ਾਂ ਬਹੁਤ ਕੁਝ ਹਨ ਦੁਨੀਆ ਦੀਆਂ, ਅਟਪਟ ਚੀਜ਼ਾਂ ਬੜੀਆਂ ਲੋਕ ਮੰਨਦੇ ਹਨ, ਪਰ ਸਭ ਤੋਂ ਵੱਡੀ ਦਾਤ ਨਾਮ ਹੈ। ਸਭ ਤੋਂ ਵੱਡੀ ਦਾਤ ਪ੍ਰਮਾਤਮਾ ਦਾ ਪ੍ਰੇਮ ਹੈ। ਸਭ ਤੋਂ ਵੱਡੀ ਦਾਤ ਉਹਦੀ ਮਿਹਰ ਹੈ। ਸਭ ਤੋਂ ਵੱਡੀ ਦਾਤ ਉਹਦੇ ਵਿੱਚ ਮਿਲ ਜਾਣਾ ਹੈ। ਉਹ ਦਾਨ ਬਹੁਤ ਵੱਡਾ ਹੈ। ਅਰਦਾਸ ਵਿੱਚ ਸਾਰੇ ਦਾਨ ਗਿਣਾਏ ਹਨ, ਭਰੋਸਾ ਦਾਨ, ਵਿਸਾ ਦਾਨ, ਲੇਕਿਨ ਅਖੀਰ ਵਿੱਚ ਹੈ ਦਾਨਾ ਸਿਰ ਦਾਨ, ਨਾਮ ਦਾਨ। ਇਹ ਨਾਮ ਜਿਹੜਾ ਦਾਨ ਹੈ, ਇਹ ਜੀਵਨ ਦਾ ਜੀ ਦਾਨ ਜਿਹੜਾ ਹੈ, ਇਹ ਪ੍ਰਮਾਤਮਾ ਦਵੇ ਜਿਸ ਨੂੰ ਜਿੱਤੇ ਖੁਸ਼ ਹੋ ਕੇ, ਜਿਸ ਨੂੰ ਵਰਦੀ ਸਮਝੇ ਉਸੀ ਨੂੰ ਮਿਲਦਾ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਹੋਰ। ਹਰਨ ਭਰਨ, ਹਰਨ ਹਰ ਲੈਣਾ, ਤੋ ਡਿਸਟਰੋਏ ਕਰ ਲੈਣਾ, ਭਰਨ ਭਰ ਲੈਣਾ, ਉਹਨੂੰ ਉਸਾਰ ਲੈਣਾ। ਇਹ ਨੇਤਰ ਫੋਰ, ਅੱਖ ਚਮਕਣ ਦੀ ਦੇਰੀ ਵਿੱਚ ਉਹ ਕਰ ਸਕਦਾ ਹੈ। ਜਿਸ ਕਾ ਮੰਤਰ ਨਾ ਜਾਣੇ ਹੋਰ, ਉਹਦਾ ਉਹ ਕਿਸ ਤਰ੍ਹਾਂ ਚੱਲਦਾ ਹੈ, ਉਹਦਾ ਕੀ ਸੁਭਾਵ ਹੈ, ਉਹ ਕੀ ਕਰਨ ਵਾਲਾ ਹੈ, ਅਗਲੇ ਖਿਣ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ। आनंद रूप मंगल सत जाके, सरब थोक सुनिए करता के, राज में राज जोग में जोगी, तप पे तपीसर गृस्त में भोगी। ਉਹ ਆਨੰਦ ਰੂਪ ਵਿੱਚ ਹੈ, ਉਹ ਸਦਾ ਮੰਗਲ ਵਿੱਚ ਹੈ, ਤੇ ਜਿਹੜੇ ਉਸ ਨੂੰ ਧਿਆਨਦੇ ਹਨ ਉਹ ਆਪ ਸਦਾ ਮੰਗਲ ਤੇ ਆਨੰਦ ਰੂਪ ਵਿੱਚ ਰਹਿੰਦੇ ਹਨ। ਉਹ ਸਭ ਤੋਂ ਵੱਡਾ ਰਾਜਾ ਹੈ, ਉਸ ਤੋਂ ਵੱਡਾ ਕੋਈ ਰਾਜਾ ਨਹੀਂ। ਸਾਰੀ ਚੀਜ਼ਾਂ ਦਾ ਰਾਜਾ ਹੈ, ਜਿਸ ਨੂੰ ਜੋ ਚਾਹੇ ਦਿਖਾ ਸਕਦਾ ਹੈ। ਜੋਗੀਆਂ ਵਿੱਚੋਂ ਵੱਡਾ ਜੋਗੀ ਹੈ, ਤਪੀਆਂ ਵਿੱਚੋਂ ਵੱਡਾ ਤਪੀਸਰ ਹੈ, ਤੇ ਗ੍ਰਹਸਤੀਆਂ ਵਿੱਚੋਂ ਵੱਡਾ ਗ੍ਰਹਸਤੀ ਹੈ। ਹਰ ਰੂਪ ਉਸਦੇ ਹਨ, ਹਰ ਯੋਗ ਉਸਦਾ ਹੈ, ਹਰ ਜੋਗੀ ਉਸਦਾ ਹੈ, ਹਰ ਰਾਜ, ਹਰ ਭਿਖਾਰੀ, ਸਭ ਕੋਈ ਉਸਦੇ ਹਨ। ਸਭ ਉਹ ਵੱਡਿਆਂ ਤੋਂ ਵੱਡਾ ਭਿਖਾਰੀ ਵੀ ਹੈ ਤੇ ਵੱਡੇ ਤੋਂ ਵੱਡਾ ਰਾਜਾ ਵੀ ਹੈ, ਵੱਡਿਆਂ ਤੋਂ ਵੱਡਾ ਤਪੀਸਰ ਵੀ ਹੈ, ਮੰਗਣ ਵਾਲਾ ਵੀ ਆਪ ਹੈ, ਦੇਣ ਵਾਲਾ ਵੀ ਆਪ ਹੈ। ਤੇ ਭਗਤਾਂ ਨੇ ਉਸਨੂੰ ਕਿਸ ਕੁਝ ਕੀਤਾ ਹੈ? ਭਗਤਾਂ ਨੇ ਉਸਨੂੰ ਪ੍ਰੇਮਾ ਰੂਪੀ ਦਾ ਰੰਗ ਦੇਖਿਆ ਹੈ, ਪ੍ਰੇਮ ਰੂਪ ਵਿੱਚ ਦੇਖਿਆ ਹੈ, ਤੇ ਉਸਨੂੰ ਬਾਰ-ਬਾਰ ਯਾਦ ਕੀਤਾ ਹੈ। ਤੇ ਜਿਸ ਨਾਲ ਬਹੁਤ ਪਿਆਰ ਹੋਵੇ, ਜਿਸ ਨਾਲ ਬਹੁਤ ਅਨੁਰਾਗ ਹੋਵੇ, ਜਿਸ ਨਾਲ ਬਹੁਤ ਨੇੜਾਪਨ ਹੋਵੇ, ਉਸਨੂੰ ਬੰਦਾ ਬਹੁਤ ਯਾਦ ਕਰਦਾ ਹੈ। ਤੁਹਾਡੇ ਬੇਟੀ ਹੋਵੇ, ਬੇਟਾ ਹੋਵੇ, ਛੋਟਾ ਹੋਵੇ ਕੋਈ, ਚਾਹੇ ਘਰ ਰਹਿੰਦਾ ਹੋਵੇ, ਚਾਹੇ ਬਾਹਰ ਰਹਿੰਦਾ ਹੋਵੇ, ਕਾਲਜ ਗਿਆ ਹੋਵੇ, ਜਿੰਨਾ ਮਰਜ਼ੀ ਵੱਡਾ ਹੋ ਜਾਵੇ, ਉਸਨੂੰ ਕਦੀ ਆਪਣੇ ਬੇਟੇ ਨੂੰ ਤੇ ਆਪਣੀ ਬੇਟੀ ਨੂੰ ਅਲਾਰਮ ਲਗਾ ਕੇ ਕਦੀ ਕਿਸੇ ਚੀਜ਼ ਨੂੰ ਪੜ੍ਹਨ ਦੀ, ਕੀਰਤਨ ਕਰਨ ਦੀ ਲੋੜ ਨਹੀਂ ਹੈ। ਖੁਦ ਬਖੁਦ ਯਾਦ ਆਉਂਦੇ ਹਨ। ਕਿਉਂ? ਕਿਉਂਕਿ ਨੇੜੇ ਹਨ ਤੁਹਾਡਾ ਆਪਣਾ ਰੂਪ ਹੈ, ਤੁਹਾਡੇ ਆਪਣੇ ਫਲੈਸ਼ ਐਂਡ ਬਲੱਡ ਹੈ, ਨੈਚੁਰਲੀ ਪਿਆਰ ਹੈ ਤੁਹਾਡੇ ਨਾਲ। ਭਗਤਾਂ ਨਾਲ ਵੀ ਪ੍ਰਮਾਤਮਾ ਨਾਲ ਪਿਆਰ ਇਸੇ ਤਰੀਕੇ ਦਾ ਹੈ। ਧਿਆਏ ਭਗਤੇ ਸੁਖ ਪਾਇਆ, ਬਾਰ-ਬਾਰ ਯਾਦ ਕਰਕੇ ਭਗਤ ਉਸਨੂੰ ਸੁਖ ਪਾਉਂਦੇ ਹਨ। ਜਿਸ ਤਰ੍ਹਾਂ ਆਪਣੀ ਬੱਚੇ ਅਸੀਂ ਜਿਸ ਤਰ੍ਹਾਂ ਆਪਣੇ ਛੋਟੇ ਬੱਚੇ ਨੂੰ ਦੇਖ ਕੇ, ਗ੍ਰੈਂਡ ਚਿਲਡਰਨ ਨੂੰ ਦੇਖ ਕੇ, ਆਪਣੇ ਬੱਚਿਆਂ ਨੂੰ ਦੇਖ ਕੇ ਸੁਖੀ ਮਹਿਸੂਸ ਕਰਦੇ ਹਾਂ, ਉਸੇ ਤਰ੍ਹਾਂ ਪ੍ਰਮਾਤਮਾ ਦੇ ਭਗਤ ਉਹਨਾਂ ਦੇ ਨੇੜੇ ਆ ਕੇ ਸੁਖ ਮਹਿਸੂਸ ਕਰਦੇ ਹਨ। ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਉਹਦਾ ਅੰਤ ਨਹੀਂ ਪਾ ਸਕਦੇ ਤੁਸੀਂ, ਉਹ ਬਹੁਤ ਵੱਡਾ ਹੈ। ਔਰ ਅਗਲੀ ਅਸ਼ਪਦੀ ਵਿੱਚ ਇਸ ਵੱਡੇਪਨ ਦਾ ਇੱਕ ਨਮੂਨਾ ਦੱਸਦੇ ਹਨ ਸੈਕੰਡ ਸਟੈਂਜ਼ਾ ਵਿੱਚ ਕਿ ਜਾਂ ਕੀ ਲੀਲਾ ਕੀ ਮਿਤ ਨਾ ਹੈ, ਸਗਲ ਦੇਵ ਹਾਰੇ ਅਵਗਾਏ, ਪਿਤਾ ਕਾ ਜਨਮ ਕਹਿ ਜਾਣੇ ਪੂਤ।
ਸਗਲ ਪੁਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਚੰਦ ਦੇ ਜਨ ਦਾਸ ਨਾਮ ਧਿਆਵੇ ਸੇ। ਉਹਦੀ ਲੀਲਾ ਦੀ ਮਤ ਨਹੀਂ ਪਾ ਸਕਦਾ। ਉਹਦੀਆਂ ਉਹ ਕੀ ਕਰਨ ਵਾਲਾ ਹੈ ਅਗਲੇ ਮੋਮੈਂਟ ਕਿਸੇ ਨੂੰ, ਤੁਹਾਡੇ ਬਾਡੀ ਦੇ ਅੰਦਰ ਕੀ ਹੋ ਰਿਹਾ ਤੁਹਾਨੂੰ ਕੁਝ ਨਹੀਂ ਪਤਾ। ਇੱਕ ਮੋਮੈਂਟ ਤੁਸੀਂ ਠੀਕ ਹੋ, ਇੱਕ ਮੋਮੈਂਟ ਨਹੀਂ ਠੀਕ ਹੋ, ਬਾਹਰ ਕੀ ਹੋਣ ਵਾਲਾ ਹੈ ਕੁਝ ਨਹੀਂ ਪਤਾ। ਉਹਦੀ ਲੀਲਾ ਦਾ ਕੋਈ ਅੰਤ ਨਹੀਂ ਹੈ। ਉਹ ਜੋ ਕਰਦਾ ਹੈ ਉਸਨੇ ਕਰਨਾ ਹੈ। ਤੁਸੀਂ ਮੰਨੋ ਚਾਹੇ ਨਾ ਮੰਨੋ, ਜੇ ਮੰਨੋਗੇ ਤੇ ਨੇੜੇ ਆ ਜਾਓਗੇ, ਹੁਕਮ ਦੀ ਰਜ਼ਾ ਵਿੱਚ ਆ ਜਾਓਗੇ, ਤੇ ਜੇ ਨਹੀਂ ਮੰਨੋਗੇ ਤਾਂ ਵੀ ਜ਼ਬਰਦਸਤੀ ਹੁਕਮ ਦੀ ਰਜ਼ਾ ਵਿੱਚ ਆਓਗੇ, ਪਰ ਉਹਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕੋਗੇ। ਸਗਲ ਦੇਵ ਹਾਰੇ ਅਫਗਾਏ, ਸਾਰੇ ਦੇਵਤਾ ਨੇ ਇਹ ਹਾਰ ਗਏ ਉਹਦੇ ਅੱਗੇ ਕਿ ਉਸਨੂੰ ਪ੍ਰਾਪਤੀ ਤੇ ਉਹਨੂੰ ਜਾਣ ਲਈ ਉਹਨੂੰ ਕੋਈ ਜਾਣ ਨਹੀਂ ਸਕਿਆ, ਕਿਉਂਕਿ ਪਿਤਾ ਦਾ ਜਨਮ ਕੇ ਜਾਣੇ ਪੁੱਤ। ਪੁੱਤਰ ਨੂੰ ਕੀ ਪਤਾ ਪਿਤਾ ਦਾ ਜਨਮ ਕਦੋਂ ਹੋਇਆ, ਕੋਈ ਰਿਕਾਰਡਿੰਗ ਥੋੜਾ ਨਾ ਹੋਈ ਸੀ ਹਰ ਜਗ੍ਹਾ। ਉਹਨੂੰ ਕੀ ਪਤਾ ਕੀ ਹੈ ਪਿਤਾ ਦਾ ਜਨਮ ਕੀ ਹੈ, ਉਹ ਤੇ ਹੈ ਹੀ ਨਹੀਂ ਸੀ ਉਸ ਵੇਲੇ। ਤੇ ਅਸੀਂ ਤੇ ਹੈ ਹੀ ਨਹੀਂ ਸੀ ਜਦੋਂ ਪ੍ਰਮਾਤਮਾ ਦੀ ਇਹ ਸ੍ਰਿਸ਼ਟੀ ਉਪਾਈ, ਤੇ ਸਾਨੂੰ ਕੀ ਜਾਣ ਪਛਾਣ ਹੈ ਉਸ ਪ੍ਰਮਾਤਮਾ ਦਾ, ਸਾਨੂੰ ਕੀ ਪਤਾ ਕਿਤਨਾ ਵੱਡਾ ਹੈ। ਸਗਲ ਪਰੋਈ ਆਪਣੀ ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਉਹਨੇ ਪਰੋ ਕੇ ਰੱਖਿਆ ਹੋਇਆ ਹੈ। ਉਹ ਜਿਸ ਤਰ੍ਹਾਂ ਚਾਹੁੰਦਾ ਹੈ ਉਸ ਤਰ੍ਹਾਂ ਹੀ ਹੁੰਦਾ ਹੈ। ਤੁਹਾਡੀ ਮਰਜ਼ੀ ਆਪਣੀ ਮਰਜ਼ੀ ਨੂੰ ਉਸ ਵੱਡੀ ਮਰਜ਼ੀ ਵਿੱਚ ਰਲਾ ਦੇਣਾ ਗੁਰਮਤ ਹੈ, ਤੇ ਆਪਣੀ ਮਨ ਮਰਜ਼ੀ ਅਨੁਸਾਰ ਜੀਵਨ ਜੀਣਾ ਮਨਮਤ ਹੈ। ਜਿਹੜੀ ਆਪਣੀ ਮਰਜ਼ੀ ਨੂੰ ਉਸ ਵੱਡੀ ਮਰਜ਼ੀ ਵਿੱਚ ਮਿਲਾਉਣ ਦੀ ਹਿੰਮਤ ਰੱਖਦੇ ਹਨ, ਜਿਹੜੇ ਆਪਣੀ ਲਾਈਫ ਸਟਾਈਲ ਨੂੰ ਉਹਦੀ ਲਾਈਫ ਸਟਾਈਲ ਵਿੱਚ ਮਿਲਾ ਦਿੰਦੇ ਹਨ, ਉਹਨਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆਵੇ ਦੇ, ਜਿਸ ਨੂੰ ਉਹ ਸੁਮਤ ਉਹ ਗਿਆਨ ਤੇ ਉਹ ਧਿਆਨ ਵਰਦੀ ਹੋ ਕੇ ਦਿੰਦਾ ਹੈ, ਜਿਨ੍ਹਾਂ ਨੂੰ ਇਹੋ ਜਿਹੇ ਵਰਦੀ ਬੰਦਿਆਂ ਨੂੰ ਆਪਣੇ ਨਾਮ ਨਾਲ ਉਹ ਜੋੜ ਲੈਂਦਾ ਹੈ, ਆਪਣੇ ਪਿਆਰ ਨਾਲ ਉਹ ਜੋੜ ਲੈਂਦਾ ਹੈ। ਤੇ ਗਿਣ में जाको परमाए, जन्म मरे फिर आवे जाए, ऊंच नीच तिसके अस्थान, जैसा जनावे तैसा नानक जान। तिन्ना गिण विच ते गुण में जाको भरमाए, ते जिन्हां दे उत्ते किरपा नहीं करदा, ਜਿਹੜੇ ਉਹਦੀ ਮਰਜ਼ੀ ਹਿਸਾਬ ਨਾਲ ਜੀਵਨ ਨਹੀਂ ਜੀਤੇ, ਜਿਹੜੇ ਮਨਮਤੀਏ ਹਨ, ਜਿਹੜੀ ਉਹਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦੇ, ਉਹ ਫਿਰ ਉਹਨਾਂ ਨੂੰ ਫਿਰ ਤਿੰਨਾਂ ਗੁਣਾਂ 'ਚ ਭਰਮਾ ਕੇ ਰੱਖਦਾ ਹੈ। ਕਈ ਸੁੱਤੇ ਰਹਿੰਦੇ ਹਨ, ਕਈ ਗੁੱਸੇ ਵਿੱਚ ਰਹਿੰਦੇ ਹਨ, ਕਈ ਮਾਇਆ ਦੇ ਵਿੱਚ ਰਹਿੰਦੇ ਹਨ, ਕਈ ਕਰਮ ਕਾਂਡ ਸੱਚ ਕੇ ਸਤੋਗੁਣ ਬਣ ਜਾਂਦੇ ਹਨ। ਜਨਮ ਮਰੇ ਫਿਰ ਆਵੇ ਜਾਵੇ, ਇਹਨਾਂ ਫਿਰ ਜੰਮਦੇ ਹਨ ਫਿਰ ਮਰਦੇ ਹਨ, ਇਹਨਾਂ ਆਵਾਂ ਗਾਵਾਂ ਵਿੱਚ ਦੁੱਖ ਲੈਂਦੇ ਹਨ ਸਾਰੇ। ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਣ। ਹਰ ਜਗ੍ਹਾ ਉੱਚੀ ਤੇ ਨੀਚੀ ਉਹਦੀ ਆਪਣੀ ਹੈ, ਹਰ ਜਗ੍ਹਾ ਉਹ ਮਾਲਕ ਹੈ ਇਸ ਕੁਦਰਤ ਦਾ। ਹਰ ਘਟ ਉਸਦੇ ਹਨ, ਹਰ ਜੀਵਨ ਦੇ ਆਧਾਰ ਉਸਦੇ ਹਨ। ਉਹ ਜੋ ਚਾਹੇ ਕਰਦਾ ਹੈ। ਤੁਹਾਡੇ ਸਰੀਰ ਦੇ ਅੰਦਰ ਕੀ ਕਰ ਰਿਹਾ ਹੈ ਤੁਹਾਨੂੰ ਕੁਝ ਨਹੀਂ ਪਤਾ ਇਸ ਵੇਲੇ। ਉਹ ਮਾਲਕ ਹੈ ਹਰ ਚੀਜ਼ ਦਾ, ਤੇ ਜਿਸ ਨੂੰ ਚਾਹੁੰਦਾ ਹੈ, ਜਿਹਦੇ ਉੱਤੇ ਖੁਸ਼ੀ ਕਰਦਾ ਹੈ, ਉਹ ਜਾਣ ਲੈਂਦਾ ਹੈ ਪ੍ਰਮਾਤਮਾ ਨੂੰ। ਗੁਰੂਦੇਵ ਮਹਾਰਾਜ ਇਨਕਰੇਜ ਕਰਦੇ ਹਨ ਇੱਥੇ ਕਿ ਸਾਧੂ ਦਾ ਸੰਗ ਕਰੋ, ਸਾਧੂ ਦਾ ਸੰਗ ਕਰਕੇ ਸਾਧੂ ਦੀ ਜੀਵਨੀ ਦੇ ਉੱਤੇ ਆਪਣੀ ਜੀਵਨੀ ਨੂੰ ਵਸਾਓ, ਪ੍ਰਮਾਤਮਾ ਦੀ ਖੁਸ਼ੀ ਲਵੋ, ਬਾਣੀ ਦੇ ਨੇੜੇ ਜੁੜੋ, ਤੇ ਬਾਣੀ ਦੇ ਨੇੜੇ ਆਓਗੇ ਤੇ ਉਹਦੀ ਮਰਜ਼ੀ ਨੂੰ ਜਾਣੋਗੇ। ਤੇ ਅਗਲੀ ਸਟੈਂਜ਼ਾ ਵਿੱਚ ਇਸੇ ਗੱਲ ਦਾ ਫਰਦਰ ਨਿਰੂਪਣ ਕਰਦੇ ਹਨ ਕਿ ਨਾਨਾ ਰੂਪ ਜਾਣਾ ਚਾਕੇ ਰੰਗ, ਨਾਨਾ ਪੇਖ ਕਰੇ ਇੱਕ ਰੰਗ, ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਬਨਾਸੀ ਏਕੰਕਾਰ, ਨਾਨਾ ਚਿਲਿਤ ਕਰੇ ਕਿਨ ਮਾਹੇ, ਪੂਰ ਰਹਿਓ ਪੂਰਨ ਸਠਾਏ। ਨਾਨਾ ਵਰਡ ਯੂਜ਼ ਕੀਤਾ, ਹਰ ਤਰ੍ਹਾਂ ਦੇ। ਨਾਨਾ ਮਤਲਬ ਇੱਕ ਤਰ੍ਹਾਂ ਦਾ ਨਹੀਂ, ਹਜ਼ਾਰਾਂ ਕਿਸਮ ਦੇ, ਤੇ ਹਰ ਵਰਡ ਦੇ ਪਹਿਲੇ ਨਾਨਾ ਆਇਆ ਹੈ। ਨਾਨਾ ਰੂਪ, ਬੜੇ ਰੂਪ ਹਨ ਉਹਦੇ। ਨਾਨਾ ਜਾਕੇ ਰੰਗ, ਬੜੇ ਰੰਗ ਹੈ ਉਸਦੇ। ਨਾਨਾ ਭੇਖ ਕਰੇ ਇੱਕ ਰੰਗ, ਉਹਦੇ ਇੱਕ ਭੇਖ ਨਹੀਂ ਹੈ, ਕਿਤਨੇ ਤਰ੍ਹਾਂ ਦੇ ਭੇਖ ਹੈ। ਇੱਕ ਕੁੱਤੇ ਦੀ ਸ਼ਕਲ ਦੂਸਰੇ ਕੁੱਤੇ ਨਾਲ ਨਹੀਂ ਮਿਲਦੀ, ਇੱਕ ਸੱਪ ਦੀ ਸ਼ਕਲ ਦੂਸਰੇ ਸੱਪ ਨਾਲ ਨਹੀਂ ਮਿਲਦੀ, ਇੱਕ ਪੇੜ ਦੀ ਸ਼ਕਲ ਦੂਸਰੇ ਪੇੜ ਨਾਲ ਨਹੀਂ ਮਿਲਦੀ, ਇੱਕ ਇਨਸਾਨ ਦੀ ਸ਼ਕਲ ਦੂਸਰੇ ਇਨਸਾਨ ਨਾਲ ਨਹੀਂ ਮਿਲਦੀ। ਉਹ ਅਨੰਤ ਹੈ, ਉਹ ਬੇਅੰਤ ਹੈ। ਉਹਦੀ ਕਾਰਵਾਈ, ਉਹਦਾ ਜਾਣਨਾ ਬੜਾ ਮੁਸ਼ਕਿਲ ਹੈ। ਕਿਸ ਤਰੀਕੇ ਨਾਲ ਬਿਦ ਕਰਦਾ ਹੈ ਕਿ ਬੜੀਆਂ ਵਿਧੀਆਂ ਹਨ ਵਿਸਤਾਰ ਕਰਨ ਦੀਆਂ, ਬੜੀਆਂ ਤਰੀਕੇ ਹਨ ਉਹਦੇ ਜੀਵਨ ਚਲਾਉਣ ਦੀਆਂ। ਪ੍ਰਭ ਅਬਨਾਸੀ, ਲੇਕਿਨ ਇਤਨਾ ਕੁਝ ਹੋ ਕੇ ਵੀ ਹੈ ਤੇ ਉਹਨੂੰ ਕੋਈ ਡਿਸਟਰੋਏ ਨਹੀਂ ਕਰ ਸਕਦਾ। ਅਬਨਾਸੀ ਹੈ ਤੇ ਫਿਰ ਇੱਕ ਅੰਕਾਰ ਰੂਪ ਵਿੱਚ ਹੈ, ਫਿਰ ਇੱਕ ਰੂਪ ਵਿੱਚ ਹੈ, ਇੱਕ ਨਿਰਗੁਣ ਰੂਪ ਵਿੱਚ ਹੈ। ਇੰਨਾ ਕੁਝ ਹੋ ਕੇ ਵੀ ਇੱਕ ਹੈ ਆਪ। ਤੇ ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ। ਕਿਤਨੇ ਤਰੀਕੇ ਦੇ ਆਪਣੀ ਲੀਲਾ ਨਾਲ ਚਰਿਤ ਕਰਦਾ ਹੈ, ਕਿਤਨੇ ਤਰੀਕੇ ਨਾਲ ਖੇਡਦਾ ਹੈ। ਕਈ ਇਹੋ ਜਿਹੇ ਖੇਡ ਖੇਡਦਾ ਹੈ ਤੁਹਾਡੀ ਸਮਝ ਨਹੀਂ ਆ ਸਕਦੇ। ਕਈ ਇਹੋ ਜਿਹੀਆਂ ਚੀਜ਼ਾਂ ਵਰਦੀਆਂ ਹਨ ਕਿ ਜਿਹੜੀਆਂ ਸਾਡੀਆਂ ਸਮਝ ਨਹੀਂ, ਇਹ ਮੈਨੂੰ ਕਿਉਂ ਹੋ ਗਿਆ, ਉਸਨੂੰ ਕਿਉਂ ਨਹੀਂ ਹੋਇਆ, ਮੈਂ ਕਿਉਂ ਗਰੀਬ ਹਾਂ, ਉਹ ਕਿਉਂ ਅਮੀਰ ਹੈ, ਮੇਰੇ ਸਰੀਰ 'ਚ ਕਸ਼ਟ ਕਿਉਂ ਹੈ, ਮੇਰੇ ਜੀਵਨ 'ਚ ਕਿਉਂ ਕਸ਼ਟ ਆਏ ਹਨ। ਉਹ ਕੀ ਕਰ ਰਿਹਾ ਹੈ, ਕਦਮ ਕਰਨਾ ਹੈ, ਉਸਨੂੰ ਪਤਾ ਹੈ।
ਭਗਤ ਜਨ ਉਹਦੇ ਨਾਲ ਪਿਆਰ ਕਰਦੇ ਹਨ, ਹਰ ਚੀਜ਼ ਦਿੱਤੀ ਹੋਈ ਉਹਦੇ ਨਾਲ ਪਿਆਰ ਕਰਦੇ ਹਨ, ਤੇ ਜੋ ਉਹਦੇ ਭਾਂਡੇ ਵਿੱਚ ਪੈਂਦਾ ਹੈ, ਜੋ ਉਹਦੇ ਝੋਲੀ 'ਚ ਪੈਂਦਾ ਹੈ, ਉਸਨੂੰ ਖੁਸ਼ੀ ਨਾਲ ਸਵੀਕਾਰ ਕਰਦੇ ਹਨ। ਪੂਰ ਰਹੋ ਪੂਰਨ ਸਭ ਠਾਏ, ਉਹ ਪੂਰਾ ਹੈ ਹਮੇਸ਼ਾ, ਨਾਨਾ ਬਿਦ ਕਰ ਬਨਤ ਬਣਾਈ। ਕਿਤਨੇ ਤਰੀਕੇ ਨਾਲ ਸ੍ਰਿਸ਼ਟੀ ਬਣਾਉਂਦਾ ਹੈ ਉਹ, ਆਪਣੀ ਕੀਮਤ, ਤੇ ਉਹਦੀ ਕੀਮਤ ਕੋਈ ਪਾ ਸਕਦਾ ਹੈ, ਉਹਦੀ ਵੈਲਿਊ ਕੋਈ ਦੇ ਸਕਦਾ ਹੈ। ਉਹਦੀ ਕੀਮਤ ਕਿਸ ਨੇ ਪਾਈ ਹੈ? ਉਹਦੀ ਕੀਮਤ ਕੋਈ ਨਹੀਂ ਪਾ ਸਕਦਾ, ਆਪੇ ਹੀ ਕੀਮਤ ਉਸਦੀ ਉਹ ਆਪ ਪਾ ਸਕਦਾ ਹੈ। ਸਭ ਘਟ ਤਿਸਕੇ ਸਭ ਤਿਸਕੇ ਠਾਉ। ਜਿਤਨੇ ਸਰੀਰ ਹਨ ਦੁਨੀਆ ਵਿੱਚ, ਚਾਹੇ ਉਹ ਮਨੁੱਖ ਦੇ ਹੋਣ, ਚਾਹੇ ਉਹ ਪਕਸ਼ੀ ਦੇ ਹੋਣ, ਚਾਹੇ ਉਹ ਜਾਨਵਰ ਦੇ ਹੋਣ, ਚਾਹੇ ਉਹ ਵੈਜੀਟੇਸ਼ਨ ਦੇ ਹੋਣ, ਚਾਹੇ ਉਹ ਬੈਕਟੀਰੀਆ ਦੇ ਹੋਣ, ਚਾਹੇ ਉਹ ਕਿਸੇ ਵਾਇਰਸ ਦੇ ਹੋਣ, ਉਹ ਸਾਰੇ ਉਸੀ ਦੇ ਰੂਪ ਹਨ, ਸਾਰੇ ਵਿੱਚ ਉਹੀ ਵਸਦਾ ਹੈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੇ ਨਾਨਕ ਹਰ ਨਾਉ। ਨਾਨਕ ਤੇ ਉਸ ਪ੍ਰਮਾਤਮਾ ਨੂੰ ਯਾਦ ਕਰ ਕਰਕੇ ਜੀਂਦਾ ਹੈ, ਨਾਨਕ ਤੇ ਉਸ ਪ੍ਰਮਾਤਮਾ ਨੂੰ ਬਾਰ-ਬਾਰ ਯਾਦ ਕਰਦਾ ਹੈ। ਤੇ ਸਟੈਂਜ਼ਾ ਨੰਬਰ ਇੱਥੇ 4 ਦੀ ਐਂਡਿੰਗ ਹੈ, ਤੇ ਇਹਨਾਂ ਪਹਿਲੇ 4 ਸਟੈਂਜ਼ਾ ਵਿੱਚ ਜਿਹੜੇ ਪਹਿਲੇ ਸ਼ੁਰੂ ਹੋਏ ਸਨ, ਜਿਹੜੇ ਸਟੈਂਜ਼ਾ ਅਬਨਾਸੀ ਪ੍ਰਭ ਮਨ ਮੇ ਰਾਗ ਤੋਂ ਲੈ ਕੇ, ਮਨਸਾ ਪੂਰਨ ਤੋਂ ਲੈ ਕੇ, ਜਾਕੀ ਲੀਲਾ ਤੋਂ ਲੈ ਕੇ, ਨਾਨਾ ਰੂਪ ਤੋਂ ਲੈ ਕੇ, ਇਹਦੇ ਵਿੱਚ ਨਿਰਗੁਣ ਰੂਪ ਪਰਮਾਤਮਾ ਦਾ ਵਿਸਥਾਰ ਨਾਲ ਵਰਣਨ ਕੀਤਾ ਨੇ, ਤੇ ਇਨਕਰੇਜ ਕੀਤਾ ਨੇ ਉਸ ਨਿਰਗੁਣ ਰੂਪ ਪਰਮਾਤਮਾ ਨਾਲ ਮਿਲਣ ਵਾਸਤੇ। ਤੇ ਅਗਲੇ 4 ਸਟੈਂਜ਼ਾ ਜਿਹੜੇ ਹਨ ਉਹ ਫਿਲਾਸਫੀਕਲ ਲੈਵਲ ਤੇ, ਦਾਰਸ਼ਨਿਕ ਲੈਵਲ ਤੇ ਬਹੁਤ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਲਿਖੇ ਗਏ ਹਨ, ਉੱਚ ਕੋਟੀ ਦੇ ਦਾਰਸ਼ਨਿਕ ਵਾਸਤੇ ਲਿਖੇ ਗਏ ਹਨ। ਦਾਸ ਦੀ ਪੂਰੀ ਕੋਸ਼ਿਸ਼ ਹੋਏਗੀ ਕਿ ਇਹ ਜਿਹੜੇ ਉੱਚ ਕੋਟੀ ਦੇ ਜਿਹੜੇ ਵਿਚਾਰ ਜਿਹੜੇ ਹਨ, ਜਿਹੜੇ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਲਿਖੇ ਗਏ ਹਨ, ਉਹਦੀ ਜਿਤਨੀ ਕਲੈਰਿਟੀ ਹੋ ਸਕੇ ਉਹ ਮੈਂ ਕਰਾਂਗਾ ਜ਼ਰੂਰ। ਸੁਖ ਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ